ਬੇਗਮਪੁਰਾ ਖਾਲਸਾ ਰਾਜ ਮਿਸ਼ਨ ਚੈਨਲ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਆਪਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੌੜੀ ਰਾਗ ਦੇ ਵਿੱਚ ਚੌਥਾ ਸ਼ਬਦ ਹੈ ਉਹਦੀ ਵਿਚਾਰ ਕਰਾਂਗੇ। ਤੇ ਪਹਿਲਾਂ ਆਪਾਂ ਉਹਨਾਂ ਦੇ ਸ਼ਬਦ ਦਾ ਪਾਠ ਕਰਾਂਗੇ ਤੇ ਉਸ ਤੋਂ ਬਾਅਦ ਸ਼ਬਦ ਦੀ ਵਿਚਾਰ ਕਰਾਂਗੇ। ਸਤਨਾਮ ਸ੍ਰੀ ਵਾਹਿਗੁਰੂ। ਘਟ ਅਬ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹਉ ਬਨਜਾਰੋ ਰਾਮ ਕੋ, ਸਹਿਜ ਕਰੂੰ ਬਾਪਾਰ। ਮੈਂ ਰਾਮ ਨਾਮ ਤਨ ਲਾਦਿਆ, ਬਿਖਲਾਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਮੋਹੇ ਜਮ ਡੰਡ ਨਾ ਲਗਈ, ਤਾਜੀਲੇ ਸਰਬ ਜੰਜਾਲ। ਜੈਸਾ ਰੰਗ ਕੁਸੰਭ ਕਾ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹਿ ਰਵਿਦਾਸ ਚਮਾਰ। ਜੈਸਾ ਰੰਗ ਕੁਸੰਭ ਕਾ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਆਓ ਆਪਾਂ ਸਾਰੇ ਰਲ ਮਿਲ ਕੇ ਇਸ ਸ਼ਬਦ ਦੀ ਵਿਚਾਰ ਕਰੀਏ। ਘਟ ਅਬ ਘਟ ਡੂਗਰ ਕਣਾ, ਇੱਕ ਨਿਰਗੁਣ ਵੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਇਹ ਅਕਾਲ ਪੁਰਖ ਵਾਹਿਗੁਰੂ ਹੈ ਪਰਮੇਸ਼ਰ, ਜਿਸ ਰਾਹ 'ਤੇ ਮੈਂ ਚੱਲ ਰਿਹਾ ਹਾਂ ਇਹ ਬੜਾ ਉਬੜ ਖਾਬੜ ਹੈ, ਉੱਚਾ ਨੀਵਾਂ ਹੈ। ਘਟ ਅਬ ਘਟ ਡੂਗਰ ਘਣਾ, ਪਰ ਜਿਹੜਾ ਮੇਰਾ ਮਨ ਰੂਪੀ ਬੈਲ ਹੈ ਇਹ ਬੜਾ ਕਮਜ਼ੋਰ ਹੈ। ਮਨ ਰੂਪੀ ਬੈਲ ਜੋ ਹੈ ਨਿਰਗੁਣ ਬੈਲ ਹਮਾਰ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੋ ਵਪਾਰ ਕਰਿਆ ਕਰਦੇ ਸਨ, ਜੋ ਬਿਜ਼ਨਸ ਕਰਿਆ ਕਰਦੇ ਸਨ, ਉਹ ਬਲਦਾਂ ਦੇ ਉੱਤੇ ਅਤੇ ਊਠਾਂ ਦੇ ਉੱਤੇ ਲੱਦ ਕੇ ਸਮਾਨ ਲਿਜਾਇਆ ਕਰਦੇ ਸਨ। ਇੱਧਰੋਂ ਅਰਬ ਦੇਸ਼ਾਂ ਵੱਲ ਨੂੰ ਊਠਾਂ ਦਾ ਜਾਂ ਬਲਦਾਂ ਦੇ ਉੱਤੇ ਰੱਖ ਕੇ ਉਹ ਸਮਾਨ ਲਿਜਾਇਆ ਕਰਦੇ ਸਨ, ਅਤੇ ਉੱਧਰੋਂ ਜੋ ਸਮਾਨ ਜਿਵੇਂ ਸੁੱਕੇ ਮੇਵੇ, ਬਦਾਮ, ਅਖਰੋਟ, ਕਾਜੂ, ਹੋਰ ਜੋ ਉੱਧਰ ਵਸਤਾਂ ਹੁੰਦੀਆਂ ਸਨ ਸਸਤੀਆਂ ਉੱਧਰੋਂ ਮਿਲਦੀਆਂ ਸੀ, ਅਤੇ ਇੱਧਰ ਆ ਕੇ ਵੇਚ ਦਿੰਦੇ ਸਨ। ਅਤੇ ਇੱਧਰੋਂ ਜੋ ਅਨਾਜ ਵਗੈਰਾ ਜਿਵੇਂ ਕਣਕ, ਮੱਕੀ, ਜੋ ਫਸਲਾਂ ਉੱਧਰ ਨਹੀਂ ਸੀ ਹੁੰਦੀਆਂ ਉਹ ਲਿਜਾ ਕੇ ਉੱਧਰ ਵੇਚ ਦਿੰਦੇ ਸਨ। ਇਸ ਤਰ੍ਹਾਂ ਜੋ ਲੋਕ ਸਨ ਉਹ ਵਪਾਰ ਕਰਿਆ ਕਰਦੇ ਸਨ। ਸਤਿਗੁਰੂ ਰਵਿਦਾਸ ਜੀ ਮਹਾਰਾਜ ਉਹਦੀ ਉਦਾਹਰਨ ਦੇ ਕੇ, ਮਿਸਾਲ ਦੇ ਕੇ ਕਹਿੰਦੇ ਹਨ ਕਿ ਉਹ ਰਸਤੇ 'ਤੇ ਜਦੋਂ ਜਾਂਦੇ ਸਨ ਤਾਂ ਤੁਰ ਕੇ ਜਾਣਾ ਹੁੰਦਾ ਸੀ, ਮਾਰੂਥਲ ਦੇ ਵਿੱਚ ਹੀ ਲੰਘਣਾ ਹੁੰਦਾ ਸੀ। ਉਹਨਾਂ ਦਾ ਵੀ ਰਸਤਾ ਜਿਵੇਂ ਬੜਾ ਔਖਾ ਪੈਂਡਾ ਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਮੈਂ ਵਣਜ ਕਰਨ ਜਾ ਰਿਹਾ ਹਾਂ, ਜਿਹੜਾ ਮੈਂ ਰਾਮ ਦੇ ਨਾਮ ਦਾ ਜੋ ਵਪਾਰ ਕਰਨ ਜਾ ਰਿਹਾ ਹਾਂ ਇਸ ਸੰਸਾਰ ਦੇ ਵਿੱਚ, ਉਹ ਰਸਤਾ ਵੀ ਮੇਰਾ ਬੜਾ ਔਖਾ ਹੈ, ਉੱਚਾ ਨੀਵਾਂ ਹੈ। ਘਟ ਅਬ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਕਿਉਂਕਿ ਸਤਿਗੁਰੂ ਰਵਿਦਾਸ ਜੀ ਨੇ ਜੋ ਬੀੜਾ ਚੁੱਕਿਆ ਆਪਣੇ ਸਮਾਜ ਦੇ ਹੱਕਾਂ ਦੇ ਲਈ ਲੜਨ ਦਾ, ਬਰਾਬਰਤਾ ਦੇ ਅਧਿਕਾਰ ਲੈ ਕੇ ਦੇਣ ਦਾ, ਉਹਦੇ ਉੱਤੇ ਚੱਲਣਾ ਬੜਾ ਔਖਾ ਸੀ। ਉਸ ਸਮੇਂ ਦੇ ਵਿੱਚ ਜੋ ਸਖਤ ਪਾਬੰਦੀਆਂ ਲਾਈਆਂ ਗਈਆਂ ਸਨ ਸਮਾਜ ਦੇ ਉੱਤੇ ਕਿ ਇਹ ਪੜ੍ਹ ਲਿਖ ਨਹੀਂ ਜਾ ਸਕਦੇ, ਇਹ ਰੱਬ ਦਾ ਨਾਂ ਨਹੀਂ ਲੈ ਸਕਦੇ, ਇਹਨਾਂ ਦੇ ਨਾਂ ਕੋਈ ਜ਼ਮੀਨ ਜਾਇਦਾਦ ਨਹੀਂ ਹੋ ਸਕਦੀ,
ਇਹ ਆਪਣੇ ਘਰਾਂ ਦੇ ਵਿੱਚ ਹਥਿਆਰ ਨਹੀਂ ਰੱਖ ਸਕਦੇ, ਇਹ ਕੋਈ ਵਧੀਆ ਕਾਰੋਬਾਰ ਕਿੱਤਾ ਵੀ ਨਹੀਂ ਕਰ ਸਕਦੇ, ਅਤੇ ਜੋ ਸਾਰੇ ਦੇ ਸਾਰੇ ਅਧਿਕਾਰ ਸਨ ਉਹ ਅਪਰ ਕਾਸਟ ਵਾਲਿਆਂ ਨੇ ਆਪਣੇ ਹੱਕ ਦੇ ਵਿੱਚ ਰਿਜ਼ਰਵ ਕੀਤੇ ਹੋਏ ਸਨ, ਅਤੇ ਜੋ ਦੂਸਰੇ ਸਮਾਜ ਦੇ ਲੋਕ ਸਨ ਜਿਨ੍ਹਾਂ ਨੂੰ ਕਿ ਸ਼ੂਦਰ ਕਿਹਾ ਜਾਂਦਾ ਸੀ, ਉਹਨਾਂ ਤੋਂ ਸਾਰੇ ਹੱਕ ਹਕੂਕ ਖੋਹ ਲਏ ਸਨ। ਸੋ ਉਹਨਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ, ਜੋ ਮਨੁੱਖੀ ਅਧਿਕਾਰ ਬਣਦੇ ਸਨ, ਉਹ ਦਿਵਾਉਣ ਦੇ ਲਈ ਸਤਿਗੁਰੂ ਰਵਿਦਾਸ ਜੀ ਨੇ ਜੋ ਆਪਣਾ ਮਿਸ਼ਨ ਆਰੰਭ ਕੀਤਾ। ਅਤੇ ਇਸ ਰਸਤੇ ਦੇ ਉੱਤੇ ਜਦੋਂ ਚੱਲਦੇ ਨੇ ਤਾਂ ਇਸ ਸ਼ਬਦ ਦੇ ਵਿੱਚ ਉਹ ਕਹਿੰਦੇ ਨੇ, ਕਾਟਿਆ ਵਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ। ਕਿਉਂਕਿ ਮਨ ਰੂਪੀ ਬੈਲ ਦੇ ਉੱਤੇ ਉਹ ਇੱਕ ਸੱਚੀ ਸੁੱਚੀ ਸੋਚ ਲੈ ਕੇ ਚੱਲ ਰਹੇ ਸਨ, ਬਰਾਬਰਤਾ ਦੀ, ਇਨਸਾਨੀਅਤ ਦੀ। ਅਤੇ ਉਹ ਜਿਹੜਾ ਮਨ ਰੂਪੀ ਬੈਲ ਹੈ ਉਹਦੇ ਲਈ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ, ਤੁਸੀਂ ਜਿਹੜੀ ਮੈਂ ਪੂੰਜੀ ਲੱਦੀ ਹੋਈ ਆ ਆਪਣੇ ਬੈਲ ਦੇ ਉੱਤੇ, ਮਨ ਰੂਪੀ ਬੈਲ ਦੇ ਉੱਤੇ, ਇਨਸਾਨੀਅਤ ਦੀ, ਬਰਾਬਰਤਾ ਦੀ, ਸ਼ੋਸ਼ਣ ਦੇ ਖਿਲਾਫ ਲੜਨ ਦੀ, ਉਹਨੂੰ ਆਪ ਨੇ ਮੈਨੂੰ ਸਹਾਰਾ ਦੇ ਕੇ ਰੱਖਣਾ। ਮੇਰੀ ਪੂੰਜੀ ਰਾਖ ਮਰਾਰ, ਮੇਰੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਕਿਉਂਕਿ ਮੈਂ ਆਪਣੇ ਸਮਾਜ ਦੇ ਹੱਕਾਂ ਦੇ ਲਈ ਲੜਨ ਦੇ ਲਈ ਨਿਕਲਿਆ ਹਾਂ। ਦੇਖੋ, ਇਹ ਹਰ ਸ਼ਬਦ ਦੇ ਵਿੱਚ ਅਸੀਂ ਦੇਖਦੇ ਹਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਜੋ ਓਟ ਆਸਰਾ ਸਹਾਰਾ ਲੈਂਦੇ ਨੇ, ਉਹ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਰੱਬ ਦਾ ਲੈ ਰਹੇ ਹਨ। ਇੱਥੇ ਵੀ ਉਹਨਾਂ ਨੇ ਕਿਹਾ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੁਸੀਂ ਮੇਰੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਤਾਂ ਜੋ ਮੈਂ ਇਹ ਜੋ ਸੰਘਰਸ਼ ਕਰਨ ਜਾ ਰਿਹਾ ਹਾਂ ਇਹਦੇ ਵਿੱਚ ਸਫਲ ਹੋ ਜਾਵਾਂ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਆਓ ਬਈ ਲੋਕੋ, ਹੈ ਕੋਈ ਜਿਹੜਾ ਮੇਰੇ ਨਾਲ ਚੱਲ ਸਕੇ, ਹੈ ਕੋਈ ਉਹ ਸੱਚ ਦੇ ਮਾਰਗ 'ਤੇ ਚੱਲਣ ਵਾਲਾ ਜਿਹੜਾ ਲੜਾਈ ਲੜ ਸਕੇ ਆਪਣੇ ਹੱਕਾਂ ਦੇ ਲਈ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਮੈਂ ਵੀ ਇੱਕ ਮਿਸ਼ਨ ਲੈ ਕੇ ਚੱਲਿਆ ਹਾਂ, ਕੋਈ ਹੈ ਵੀ ਮੇਰੇ ਨਾਲ ਚੱਲਣ ਵਾਲਾ, ਹੈ ਕੋਈ ਉਹ ਲੜਾਈ ਲੜਨ ਵਾਲਾ, ਮੇਰਾ ਸਾਥ ਦੇਣ ਵਾਲਾ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਆਓ ਵੀ ਮੇਰੇ ਨਾਲ ਚੱਲੋ, ਮੈਂ ਇੱਕ ਲੜਾਈ ਲੜਨ ਜਾ ਰਿਹਾ ਆਪਣੇ ਸਮਾਜ ਲਈ, ਆਪਣੇ ਸਮਾਜ ਦੇ ਹੱਕਾਂ ਦੇ ਲਈ। ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਬਾਪਾਰ, ਮੈਂ ਰਾਮ ਨਾਮ ਤਨ ਲਾਦਿਆ ਬਿਖਲਾਦੀ ਸੰਸਾਰ। ਮੈਂ ਜਿਹੜਾ ਬਣਜ ਮੈਂ ਕਰਨ ਜਾ ਰਿਹਾ ਹਾਂ, ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ। ਮੈਂ ਇਹ ਜਿਹੜਾ ਵਪਾਰ ਹੈ, ਇਹ ਜਿਹੜਾ ਬਿਜ਼ਨਸ ਹੈ ਕਰਨ ਜਾ ਰਿਹਾ ਹਾਂ, ਇਹ ਸਹਿਜ ਅਵਸਥਾ ਦਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਨੂੰ ਪਾਉਣ ਦੀ ਜਿਹੜੀ ਗੱਲ ਹੈ, ਉਹ ਸਹਿਜ ਜਿਹੜਾ ਸ਼ਬਦ ਹੈ ਉਹ ਬਾਰ-ਬਾਰ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਆ ਰਿਹਾ ਹੈ। ਸਤਿਗੁਰੂ ਰਵਿਦਾਸ ਜੀ ਵੀ ਫਰਮਾਉਂਦੇ ਹਨ, ਸਹਿਜ ਸਮਾਦ ਉਬਾਦ ਰਹਿਤ ਹੁਣ ਵੱਡੇ ਭਾਗ ਲਿਵ ਲਾਗੀ। ਜਿਹੜੀ ਸਹਿਜ ਅਵਸਥਾ ਉਹ ਕੀ ਹੈ? ਸਹਿਜ ਅਵਸਥਾ ਹੈ ਨਾ ਤਾਂ ਆਪਣੇ ਘਰ-ਬਾਰ ਨੂੰ ਛੱਡ ਕੇ ਤਿਆਗ ਕੇ ਸੰਨਿਆਸੀ ਹੋ ਜਾਣਾ, ਜੰਗਲਾਂ ਦੇ ਵਿੱਚ ਭਟਕਦੇ ਫਿਰਨਾ, ਜਾਂ ਤੀਰਥਾਂ ਦੇ ਉੱਤੇ ਰੱਬ ਨੂੰ ਲੱਭਦੇ ਫਿਰਨਾ, ਅਤੇ ਨਾ ਹੀ ਸਮਾਧੀਆਂ ਲਾ ਕੇ ਬਹਿ ਕੇ ਰੱਬ ਨੂੰ ਪਾਉਣ ਦਾ ਜਿਹੜੇ ਇਹ ਤਰੀਕੇ ਨੇ, ਇਹਨਾਂ ਦਾ ਖੰਡਨ ਹੈ। ਤੋ ਸਹਿਜ ਅਵਸਥਾ ਕੀ ਹੈ? ਵੀ ਜਾਗ ਰੂਪ ਰਹਿੰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰਨੀ, ਅਕਲ ਦੇ ਨਾਲ, ਬੁੱਧੀ ਦੇ ਨਾਲ, ਸੋਚ ਦੇ ਨਾਲ, ਸਮਝ ਦੇ ਨਾਲ। ਅਤੇ ਉਸੇ ਹੀ ਸੋਚ ਔਰ ਸਮਝ ਦੇ ਨਾਲ ਜੋ ਕੁਛ ਪ੍ਰਾਪਤ ਹੁੰਦਾ ਹੈ, ਉਹ ਕਿਉਂਕਿ ਬੁੱਧੀ ਤੱਤ ਜੋ ਦਿੱਤਾ ਹੈ, ਜੋ ਅਕਲ ਦਾ ਤੱਤ ਇੱਕ ਮਨੁੱਖ ਨੂੰ ਦਿੱਤਾ ਹੈ ਹੋਰਨਾਂ ਜੂਨਾਂ ਦੇ ਮੁਕਾਬਲੇ, ਉਹਦੇ ਨਾਲ ਹੀ ਬੰਦਾ ਅੱਗੇ ਤਰੱਕੀ ਕਰ ਸਕਦਾ ਹੈ। ਉਹਦੇ ਸਹਾਰੇ ਹੀ ਆਪਣੇ ਸਮਾਜ ਦੇ ਹੱਕਾਂ ਲਈ ਲੜ ਸਕਦਾ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਜੀ ਕਹਿੰਦੇ ਨੇ, ਹਉ ਬਨਜਾਰੋ ਰਾਮ ਕੋ ਸਹਿਜ ਕਰੂੰ ਵਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖਲਾਦੀ ਸੰਸਾਰ। ਅਤੇ ਇਹ ਜਿਹੜੇ ਸੰਸਾਰ ਦੇ ਲੋਕ ਜਿਹੜਾ ਵਪਾਰ ਕਰ ਰਹੇ ਨੇ, ਇਹ ਮਾਇਆ ਦਾ ਵਪਾਰ ਹੈ। ਬਿਖ ਤੋਂ ਭਾਵ ਹੈ ਮਾਇਆ। ਅਤੇ ਜਿਹੜਾ ਮੈਂ ਵਪਾਰ ਕਰ ਰਿਹਾ ਉਹ ਹੈ ਪਰਮੇਸ਼ਰ
ਜੋ ਰੱਬ ਚਾਹੁੰਦਾ ਹੈ, ਜੋ ਰੱਬ ਚਾਹੁੰਦਾ ਹੈ ਕਿ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਨੇ, ਜੋ ਰੱਬ ਦੀ ਵਿਚਾਰਧਾਰਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਵਿਚਾਰਧਾਰਾ ਹੈ, ਮੈਂ ਉਹ ਆਪਣੇ ਮਨ ਰੂਪੀ ਬੈਲ ਦੇ ਉੱਤੇ ਲੱਦੀ ਹੋਈ ਹੈ ਤੇ ਉਹਦਾ ਮੈਂ ਬਿਜ਼ਨਸ ਵਪਾਰ ਕਰਨਾ ਚਾਹੁੰਦਾ ਹਾਂ। ਕੋ ਬੰਜਾਰੋ ਰਾਮ ਕੋ ਸਹਿਜ ਕਰੂੰ ਵਪਾਰ, ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾਦੀ ਸੰਸਾਰ। ਇਸੇ ਕਰਕੇ ਉਹ ਕਹਿੰਦੇ ਨੇ ਕਿ ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲਾਗਈ, ਤਾ ਜੀਲੇ ਸਰਬ ਜੰਜਾਲ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਕਿਉਂਕਿ ਜੋ ਬ੍ਰਾਹਮਣੀ ਕਲ ਸੰਸਕ੍ਰਿਤੀ ਹੈ ਉਹਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਚਿੱਤਰਗੁਪਤ ਨੇ ਜੋ ਉਹ ਹਰ ਸਮੇਂ ਬੰਦੇ ਦਾ ਲੇਖਾ ਲਿਖਦੇ ਨੇ। ਸੱਜੇ ਔਰ ਖੱਬੇ ਇੱਕ ਪਾਸੇ ਚਿੱਤਰ ਬੈਠਾ ਹੈ, ਇੱਕ ਪਾਸੇ ਗੁਪਤ ਬੈਠਾ ਹੈ। ਇੱਕ ਚੰਗੇ ਕਰਮਾਂ ਦਾ ਲੇਖਾ ਲਿਖੀ ਜਾਂਦਾ, ਇੱਕ ਮਾੜੇ ਕਰਮਾਂ ਦਾ ਲੇਖਾ ਲਿਖੀ ਜਾਂਦਾ। ਇਹ ਉਹਨਾਂ ਦੀਆਂ ਕਥਾ ਕਹਾਣੀਆਂ ਹਨ। ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ, ਉਹ ਜੋ ਤੂੰ ਲੇਖਾ ਲਿਖਣ ਵਾਲਾ ਹੈ, ਉਰਵਾਰ ਪਾਰ ਕੇ ਦਾਨੀਆਂ, ਜੋ ਕੁਛ ਤੁਸੀਂ ਲਿਖਣਾ ਲਿਖ ਲਓ, ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ, ਮੈਂ ਥੋਤੋਂ ਨਹੀਂ ਡਰਦਾ ਹਾਂ। ਲਿਖ ਲੇਹੋ ਆਲ ਪਤਾਲ। ਕਿਉਂਕਿ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੈਨੂੰ ਓਟ ਆਸਰਾ ਸਹਾਰਾ ਹੈ, ਉਹਨੂੰ ਰਸਤੇ ਦੇ ਵਿੱਚ ਕੋਈ ਰੋਕਣ ਵਾਲਾ ਨਹੀਂ ਹੈ। ਜੋ ਕੁਛ ਲਿਖਣਾ ਤੁਸੀਂ ਮੇਰੇ ਸੰਬੰਧ ਵਿੱਚ ਲਿਖ ਲਓ। ਤੁਸੀਂ ਕਹਿ ਸਕਦੇ ਹੋ ਕਿ ਜੋ ਮਿਸ਼ਨ ਰਵਿਦਾਸ ਜੀ ਚਲਾ ਰਹੇ ਹਨ, ਇਹ ਰੱਬ ਦਾ ਨਾਮ ਲੈਣ ਦਾ, ਰਾਜ ਭਾਗ ਦੀ ਗੱਲ ਕਰਨੀ, ਇਹ ਤਾਂ ਇਹਨਾਂ ਦੇ ਸਾਡੇ ਗ੍ਰੰਥਾਂ ਵਿੱਚ ਨਹੀਂ ਲਿਖਿਆ ਹੋਇਆ। ਚਾਰ ਵਰਨਾਂ ਦਾ ਜਿਹੜਾ ਸਿਧਾਂਤ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਜਨਮ ਦੇ ਵਿੱਚ ਬੰਦਾ ਪੈਦਾ ਹੁੰਦਾ ਹੈ, ਜਿਸ ਜਾਤ ਦੇ ਵਿੱਚ ਬੰਦਾ ਪੈਦਾ ਹੁੰਦਾ ਹੈ, ਉਸੇ ਜਾਤ ਦੇ ਜੋ ਬਣੇ ਹੋਏ ਨਿਯਮ ਨੇ, ਅਸੂਲ ਨੇ, ਉਹਨਾਂ ਦੇ ਮੁਤਾਬਕ ਜੇ ਉਹ ਪੂਰਾ 100% ਜ਼ਿੰਦਗੀ ਬਸਰ ਕਰੂਗਾ ਤਾਂ ਅਗਲਾ ਜਨਮ ਉਹਦਾ ਸੁਧਰ ਸਕਦਾ ਹੈ। ਲੇਕਿਨ ਜੋ ਉਹਨਾਂ ਦੇ ਨਿਯਮਾਂ ਦਾ ਉਲੰਘਣ ਕਰੂਗਾ ਤਾਂ ਉਹ ਦੁਬਾਰਾ ਫਿਰ ਉਸੇ ਜੂਨ 'ਚ ਪਊਗਾ। ਜਿਸ ਤਰ੍ਹਾਂ ਕਿ ਇੱਕ ਰਵਿਦਾਸ ਜਾਤੀ ਦੇ ਲਈ, ਚਮਾਰ ਜਾਤੀ ਦੇ ਲਈ ਉਹਨਾਂ ਨੇ ਕੰਮ ਨਿਸ਼ਚਿਤ ਕੀਤੇ ਕਿ ਤੁਸੀਂ ਭਾਈ ਮਰੇ ਹੋਏ ਡੰਗਰਾਂ ਦੇ ਚੰਮ ਉਧੇੜਨੇ ਨੇ, ਜੁੱਤੀਆਂ ਸਿਉਣੀਆਂ ਨੇ। ਇਹ ਤੁਹਾਡਾ ਧਾਰਮਿਕ ਕਿੱਤਾ ਤੁਹਾਨੂੰ ਦਿੱਤਾ ਗਿਆ, ਇਹਦੇ ਵਿੱਚ ਰਹਿ ਕੇ ਹੀ ਸਾਰੀ ਉਮਰ ਤੁਸੀਂ ਇਹੀ ਕਿੱਤਾ ਕਰਨਾ। ਕੋਈ ਰੱਬ ਦੇ ਨਾਂ ਲੈਣ ਵੱਲ, ਪੜ੍ਹਨ ਲਿਖਣ ਵੱਲ ਤੁਹਾਡਾ ਕੋਈ ਹੱਕ ਨਹੀਂ ਹੈ। ਤੋ ਇਸ ਕਰਕੇ ਇਹ ਜੋ ਸਿਸਟਮ ਹੈ ਉਹਦੇ ਮੁਤਾਬਕ ਤੁਹਾਨੂੰ ਇਸੇ ਹੀ ਜੂਨ ਦੇ ਵਿੱਚ ਰਹਿ ਕੇ ਤੁਹਾਡੇ ਲਈ ਨਿਰਧਾਰਤ ਕੀਤੇ ਹੋਏ ਕਿੱਤੇ ਨੂੰ ਪੁਗਾਉਣਾ ਪਊਗਾ। ਜੇ ਨਹੀਂ ਇਹਦੀ ਉਲੰਘਣਾ ਕਰੇਗੇ ਹੋ ਤਾਂ ਫਿਰ ਤੁਹਾਨੂੰ ਦੰਡ ਮਿਲੂਗਾ, ਤੁਹਾਨੂੰ ਸਜ਼ਾ ਮਿਲੂਗੀ, ਤੁਸੀਂ ਨਰਕਾਂ ਦੇ ਭਾਗੀ ਹੋਏਗੇ ਹੋ। ਲੇਕਿਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਇਸ ਥਿਊਰੀ ਨੂੰ ਲਲਕਾਰਦੇ ਹਨ, ਵੰਗਾਰਦੇ ਹਨ ਕਿ ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਉਹ ਚਿੱਤਰਗੁਪਤ ਤੁਸੀਂ ਜੋ ਕੁਛ ਲਿਖਣਾ ਮੇਰੇ ਬਾਰੇ ਲਿਖ ਲਓ, ਮੈਨੂੰ ਕੋਈ ਪਰਵਾਹ ਨਹੀਂ ਹੈ। ਲਿਖ ਲੇਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ, ਤਾਂ ਜੀਲੇ ਸਰਬ ਜੰਜਾਲ। ਮੈਨੂੰ ਇਹਨਾਂ ਤੁਹਾਡੇ ਜਮਾਂ ਦੇ ਜੋ ਸਜ਼ਾ ਹੈ, ਜਮਾਂ ਦੇ ਡੰਡ ਹੈ, ਮੈਨੂੰ ਉਹਦਾ ਕੋਈ ਡਰ ਨਹੀਂ ਹੈ। ਕਿਉਂਕਿ ਜੋ ਮੇਰਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਸਹਾਰੇ ਮੈਂ ਸਾਰਾ ਕੁਛ ਕਰ ਰਿਹਾ ਹਾਂ, ਉਹਦੇ ਮੁਕਾਬਲੇ ਤੁਸੀਂ ਕੁਛ ਵੀ ਨਹੀਂ ਹੋ। ਤੋ ਇਸ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿ ਰਹੇ ਨੇ ਮੋਹੇ ਜਮ ਡੰਡ ਨਾ ਲੱਗਈ, ਤਾਂ ਜੀਲੇ ਸਰਬ ਜੰਜਾਲ। ਤੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਇਹ ਕਲੀਅਰ ਕਰ ਰਹੇ ਨੇ, ਔਰ ਉਹ ਜੋ ਮਨੂ ਵੱਲੋਂ ਥਾਪੀ ਗਈ ਜੋ ਸਿਸਟਮ ਸੀ ਉਹਨੂੰ ਵੰਗਾਰ ਰਹੇ ਹਨ, ਉਹਨੂੰ ਲਲਕਾਰ ਰਹੇ ਹਨ ਕਿ ਮੈਂ ਤੇਰੇ ਇਸ ਸਿਸਟਮ ਨੂੰ ਨਹੀਂ ਮੰਨਦਾ, ਮੈਂ ਇਹ ਤੋਂ ਬਾਗੀ ਹਾਂ। ਮੋਹੇ ਜਮ ਡੰਡ ਨਾ ਲੱਗੀ। ਤੂੰ ਕਹਿਣਾ ਵੀ ਜੇਕਰ ਤੁਸੀਂ ਆਪਣੇ ਜੋ ਤੁਹਾਨੂੰ ਸੌਂਪਿਆ ਗਿਆ ਕਿੱਤਾ ਉਹਦੀ ਉਲੰਘਣਾ ਕਰੇਗੇ ਹੋ, ਜੋ ਤੁਸੀਂ ਰੱਬ ਦਾ ਨਾਮ ਸਿਮਰੋਗੇ ਜਾਂ ਜੋ ਪੜ੍ਹਨ ਲਿਖਣ ਦੀ ਕੋਸ਼ਿਸ਼ ਕਰੋਗੇ, ਰਾਜ ਭਾਗ ਦੀ ਗੱਲ ਕਰੋਗੇ, ਤਾਂ ਤੁਹਾਨੂੰ ਜਮਾਂ ਦਾ ਦੰਡ ਮਿਲੂਗਾ। ਪਰ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ, ਤਾਂ ਜੀਲੇ ਸਰਬ ਜੰਜਾਲ। ਇਹ ਜਿਹੜੇ ਜੰਜਾਲਾਂ ਦੇ ਵਿੱਚ ਤੁਸੀਂ ਸਾਨੂੰ ਫਸਾਇਆ ਹੋਇਆ ਨਾ, ਮਨੂ ਸਿਮਰਤੀ ਦਾ ਜੋ ਸਿਸਟਮ ਹੈ, ਵੇਦ ਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਕਬੀਰ ਜੀ ਨੇ ਵੀ ਕਿਹਾ ਆਪਣੀ ਬਾਣੀ ਦੇ ਵਿੱਚ ਕਿ ਇਹ ਜਿਹੜੇ ਸਾਨੂੰ
ਬੰਧਨ ਪਏ ਹੋਏ ਹਨ ਊਚ ਨੀਚ ਜਾਤਾਂ ਦੇ, ਇਹ ਸਿਮਰਤੀਆਂ ਦੇ ਪਾਏ ਹੋਏ ਹਨ। ਤੋ ਇਸ ਕਰਕੇ ਇਹ ਜਿਹੜੀਆਂ ਤੁਸੀਂ ਇਹ ਜੰਜਾਲਾਂ ਦੇ ਵਿੱਚ ਸਾਨੂੰ ਫਸਾਇਆ ਹੋਇਆ ਹੈ, ਇਹਨਾਂ ਤੋਂ ਮੈਂ ਨਾਬਰ ਹੋ ਗਿਆ ਹਾਂ। ਤਜੀਲੇ ਸਰਬ ਜੰਜਾਲ ਮੈਂ ਤਜ ਦਿੱਤੇ ਹਨ, ਮੈਂ ਇਹ ਛੱਡ ਦਿੱਤੇ ਹਨ, ਮੈਂ ਤੁਹਾਡੀ ਇਸ ਵਿਚਾਰਧਾਰਾ ਨੂੰ ਨਹੀਂ ਮੰਨਦਾ ਹਾਂ। ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ। ਅਸੀਂ ਦੇਖਦੇ ਹਾਂ ਕਿ ਹੁਣ ਤਾਂ ਚਲੋ ਉਹ ਜ਼ਮੀਨਾਂ ਦੇ ਵਿੱਚ ਇੱਕ ਕੁਸੰਭੀ ਹੁੰਦੀ ਸੀ, ਕਣਕਾਂ ਦੇ ਵਿੱਚ ਹੁੰਦੀ ਸੀ ਆਮ ਤੌਰ 'ਤੇ। ਪੁਰਾਣੇ ਜੋ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੈ, ਜਦੋਂ ਉਹ ਕਣਕ ਅਸੀਂ ਵੱਢਦੇ ਸੀ ਤਾਂ ਉਹ ਕੁਸੰਭੀ ਦਾ ਜਿਹੜਾ ਬੂਟਾ ਹੁੰਦਾ ਸੀ ਉਹਨੂੰ ਬੜੇ ਜ਼ਹਿਰੀਲੇ ਕੰਡੇ ਲੱਗੇ ਹੁੰਦੇ ਸੀ ਅਤੇ ਉਹ ਫਸਲ ਕੱਟਣ ਦੇ ਵਿੱਚ, ਕਣਕ ਵੱਢਣ ਦੇ ਵਿੱਚ ਬੜੀ ਰੁਕਾਵਟ ਪਾਉਂਦੇ ਸੀ। ਲੇਕਿਨ ਉਹਨਾਂ ਨੂੰ ਇੱਕ ਫੁੱਲ ਲੱਗਦੇ ਸੀ, ਉਹ ਬੜੇ ਸੋਹਣੇ ਹੁੰਦੇ ਸੀ, ਪੀਲੇ ਪੀਲੇ ਫੁੱਲ ਲੱਗਦੇ ਸੀ, ਉਹ ਬੜੇ ਸੁੰਦਰ ਲੱਗਦੇ ਸੀ, ਬੜੇ ਸੋਹਣੇ ਲੱਗਦੇ ਸੀ ਦੂਰੋਂ। ਲੇਕਿਨ ਉਹਨਾਂ ਨੂੰ ਜੇ ਅਸੀਂ ਥੋੜ੍ਹਾ ਜਿਹਾ ਹਿਲਾ ਦਿੰਦੇ ਸੀ ਤਾਂ ਉਹ ਸਾਰਾ ਹੀ ਰੰਗ ਸੀ ਜਿਹੜਾ ਉਹ ਝੜ ਜਾਂਦਾ ਸੀ ਉਹਨਾਂ ਦਾ। ਉਹਨੂੰ ਕਹਿੰਦੇ ਸੀ ਕੁਸੰਭੀ ਦੇ ਫੁੱਲ। ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ। ਇਹ ਜਿਹੜਾ ਸੰਸਾਰ ਦੇ ਲੋਕਾਂ ਨੇ ਜਿਹੜਾ ਰੰਗ ਆਪਣੇ ਉੱਤੇ ਚੜਾਇਆ ਹੋਇਆ ਹੈ, ਸਾਡੇ ਉੱਤੇ ਥੋਪਿਆ ਹੋਇਆ ਹੈ, ਊਚ ਨੀਚ ਛੂਆ ਸਾਤ ਚਾਹ ਵਰਨਾਂ ਦਾ ਇਹ ਜਿਹੜਾ ਸਿਸਟਮ ਸਾਡੇ 'ਤੇ ਲਾਗੂ ਕੀਤਾ ਹੋਇਆ ਹੈ, ਇਹ ਰੰਗ ਪੱਕਾ ਨਹੀਂ ਹੈ। ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ। ਇਹ ਦੇਖਣ ਨੂੰ ਚੰਗਾ ਲੱਗਦਾ ਹੈ, ਲੇਕਿਨ ਇਹਨੂੰ ਮਾੜਾ ਜਿਹਾ ਹੱਥ ਮਾਰੋ ਇਹ ਝੜ ਜਾਂਦਾ ਹੈ, ਇਹ ਪੱਕਾ ਨਹੀਂ ਹੈ, ਇਹ ਬੰਦਿਆਂ ਦਾ ਆਪਣਾ ਬਣਾਇਆ ਹੋਇਆ ਰੰਗ ਹੈ। ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਲੇਕਿਨ ਜਿਹੜਾ ਮੈਨੂੰ ਰੰਗ ਚੜਿਆ ਹੋਇਆ ਹੈ, ਜੋ ਮੇਰੀ ਵਿਚਾਰਧਾਰਾ ਹੈ, ਉਹ ਹੈ ਰੱਬੀ ਵਿਚਾਰਧਾਰਾ। ਰੱਬ ਕਿਸੇ ਦਾ ਮਾੜਾ ਨਹੀਂ ਸੋਚਦਾ ਹੈ, ਰੱਬ ਹਰ ਇੱਕ ਦਾ ਭਲਾ ਸੋਚਦਾ ਹੈ। ਕਿਉਂਕਿ ਆਪਾਂ ਜੋ ਸੰਸਾਰ ਦੇ ਲੋਕ ਹਾਂ, ਉਹ ਸਾਡਾ ਪਿਓ ਹੈ, ਉਹ ਸਾਡੇ ਬਾਰੇ ਗਲਤ ਸੋਚ ਹੀ ਨਹੀਂ ਸਕਦਾ। ਕਿਉਂਕਿ ਮਾਂ ਪਿਓ ਕਦੇ ਵੀ ਆਪਣੀ ਔਲਾਦ ਦੇ ਬਾਰੇ ਮਾੜਾ ਨਹੀਂ ਸੋਚਦਾ ਹੈ। ਇਸ ਕਰਕੇ ਮੈਨੂੰ ਜਿਹੜਾ ਰੰਗ ਚੜਿਆ ਹੋਇਆ ਉਹ ਰੱਬੀ ਰੰਗ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੰਗ ਹੈ। ਜਿਵੇਂ ਮਜੀਠ ਦਾ ਰੰਗ ਹੁੰਦਾ ਹੈ ਨਾ, ਉਹ ਉੱਤਰਦਾ ਨਹੀਂ ਹੈ, ਇਸੇ ਤਰ੍ਹਾਂ ਜਿਹੜਾ ਉਹ ਰੰਗ ਹੈ ਉਹ ਪੱਕਾ ਰੰਗ ਹੈ। ਉਹ ਜਿਹੜਾ ਉਹ ਰੰਗ ਹੈ ਸਾਂਝੀਵਾਲਤਾ ਦਾ, ਬਰਾਬਰਤਾ ਦਾ, ਸ਼ੋਸ਼ਿਤ ਰਹਿਤ ਸਮਾਜ ਦਾ, ਜੋ ਬੇਗਮਪੁਰੇ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉਹ ਮਜੀਠ ਦਾ ਰੰਗ ਹੈ, ਉਹ ਮਜੀਠੀ ਵਿਚਾਰਧਾਰਾ ਹੈ। ਉਹ ਹਮੇਸ਼ਾ ਬਰਕਰਾਰ ਰਹਿੰਦੀ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਿਚਾਰਧਾਰਾ ਹੈ। ਲੇਕਿਨ ਅੱਜ ਉਹ ਸਾਡੇ ਸੰਸਾਰ 'ਤੇ ਇਹਨਾਂ ਲੋਕਾਂ ਨੇ ਥੋਪੀ ਹੋਈ ਵਿਚਾਰਧਾਰਾ ਹੈ, ਊਚ ਨੀਚ ਦੀ, ਹੋਰ ਨਾ ਬਰਾਬਰੀ ਦੀ। ਤੋ ਇਹ ਜਿਹੜਾ ਰੰਗ ਹੈ, ਇਹ ਕੁਸੰਭੀ ਦੇ ਬੂਟੇ ਦਾ ਜਿਵੇਂ ਰੰਗ ਕੱਚਾ ਹੁੰਦਾ ਹੈ, ਉਹ ਐਵੇਂ ਹੀ ਝੜ ਜਾਂਦਾ ਮਾੜਾ ਜਿਹਾ ਹੱਥ ਲਾਏ 'ਤੇ। ਤੋ ਇਹਦੀ ਕੋਈ ਬੁਨਿਆਦ ਨਹੀਂ ਹੈ। ਲੇਕਿਨ ਸੰਸਾਰ ਦੇ ਵਿੱਚ ਜਦੋਂ ਸਤਿਗੁਰੂ ਰਵਿਦਾਸ ਜੀ ਫਰਮਾਉਂਦੇ ਹਨ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਬਰਾਬਰਤਾ ਦੀ ਵਿਚਾਰਧਾਰਾ ਇਸ ਸੰਸਾਰ ਦੇ ਵਿੱਚ ਆ ਜਾਊਗੀ, ਤਾਂ ਇਹ ਸੰਸਾਰ ਸਾਰਾ ਸੁਖੀ ਹੋ ਜਾਊਗਾ। ਇਸੇ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਮੈਂ ਰਵਿਦਾਸ ਚਮਾਰ ਇਹ ਹੋਕਾ ਦੇ ਕੇ ਕਹਿਣਾ ਹਾਂ ਕਿ ਜਿਹੜਾ ਮੈਂ ਰੰਗ ਚੜਾਉਣਾ ਚਾਹੁੰਦਾ, ਇਸ ਸੰਸਾਰ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ, ਉਹ ਬਿਲਕੁਲ ਪੱਕਾ ਹੋਊਗਾ। ਉਹ ਜਿਵੇਂ ਮਜੀਠ ਦਾ ਰੰਗ ਨਹੀਂ ਉਤਰਦਾ, ਉਹ ਵਿਚਾਰਧਾਰਾ ਜਦੋਂ ਇਸ ਸੰਸਾਰ ਦੇ ਲੋਕ ਅਪਣਾ ਲੈਣਗੇ, ਉਹਦੇ ਤੋਂ ਕੋਈ ਉਹਨੂੰ ਨਾ ਮਨਜ਼ੂਰ ਨਹੀਂ ਕਰੂਗਾ। ਉਹਦੇ ਨਾਲ ਸਾਰੇ ਸਹਿਮਤ ਹੋ ਜਾਣਗੇ, ਕਿਉਂਕਿ ਉਸ ਵਿਚਾਰਧਾਰਾ ਦੇ ਨਾਲ ਹੀ ਇਸ ਸੰਸਾਰ ਦੇ ਵਿੱਚ ਸ਼ਾਂਤੀ ਆਉਣੀ ਹੈ, ਸੁੱਖ ਆਉਣੇ ਨੇ, ਬਰਾਬਰਤਾ ਆਉਣੀ ਹੈ, ਖੁਸ਼ਹਾਲੀ ਆਉਣੀ ਹੈ। ਸੋ ਇਸ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਆਪਣੀ ਵਿਚਾਰਧਾਰਾ ਦੱਸਦੇ ਹਨ ਅਤੇ ਆਪਣੇ ਸ਼ਬਦ ਦੀ ਵਿਚਾਰ ਕਰਦੇ ਹੋਏ ਕਿਸੇ ਪ੍ਰਕਾਰ ਦੀ ਭੁੱਲ ਚੁੱਕ ਹੋਈ ਹੋਵੇ, ਉਹਦੀ ਮੈਂ ਖਿਮਾ ਮੰਗਦਾ ਹੋਇਆ ਰਜਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।